ਰੋਹੀ ਦਾ ਫੁੱਲ। ਸਵੈ ਜੀਵਨੀ ਸੂਬੇਦਾਰ ਸ਼ਿਵ ਸਿੰਘ। ਸੂਬੇਦਾਰ ਸ਼ਿਵ ਸਿੰਘ ਨੇ ਆਪਣੀ ਸਵੈ ਜੀਵਨੀ ਦੇ ਦੂਜੇ ਭਾਗ ਵਿੱਚ, ਜਿਸ ਨੂੰ ਉਹਨਾਂ ਇਸ ਦਾ ਨਾਂ ਰੋਹੀ ਦਾ ਫੁੱਲ ਦਿੱਤਾ, ਵਿੱਚ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪੇਸ਼ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੀਵਨੀ ਹੋਵੇ ਜਾਂ ਸਵੈ ਜੀਵਨੀ, ਇਹ ਕਿਸੇ ਮਨੁੱਖ ਦੇ ਜੀਵਨ ਨਾਲ ਸੰਬੰਧਿਤ ਲਿਖਤੀ ਤਾਂ ਹੁੰਦੀ ਹੈ, ਜਾਂ ਸਮਝ ਲਓ ਕਿ ਕਿਸੇ ਮਨੁੱਖ ਦੇ ਜਨਮ ਤੋਂ ਲੈ ਕੇ ਭੋਗੀ ਜਾ ਰਹੀ ਜ਼ਿੰਦਗੀ ਦੇ ਮੌਜੂਦਾ ਸਮੇਂ ਤੱਕ ਹੀ ਉਸ ਨਾਲ ਵਾਪਰ ਚੁੱਕੀਆਂ ਘਟਨਾਵਾਂ ਦਾ ਲਿਖਤੀ ਰੂਪ ਹੀ ਹੁੰਦਾ ਹੈ। ਪਰ ਸਵਰਗਵਾਸ ਹੋ ਚੁੱਕੇ ਵਿਅਕਤੀ ਦੀ ਮੌਤ ਬਾਰੇ ਵੀ ਲਿਖਿਆ ਜਾ ਸਕਦਾ ਹੈ। ਜੀਵਨੀ ਅਤੇ ਸਵੈ ਜੀਵਨੀ ਦੋਵੇਂ ਸ਼ਬਦਾਂ ਵਿੱਚ ਫਰਕ ਇਹ ਹੁੰਦਾ ਹੈ, ਜਿਵੇਂ ਜੀਵਨੀ ਤਾਂ ਹਰ ਕਿਸੇ ਵਿਅਕਤੀ ਦੀ ਜ਼ਿੰਦਗੀ ਭਰ ਦੇ ਬਾਰੇ ਹੋਰ ਕਿਸੇ ਲੇਖਕ ਵੱਲੋਂ ਲਿਖੀ ਹੋ ਸਕਦੀ ਹੈ, ਪਰ ਸਵੈ ਜੀਵਨੀ ਉਹੀ ਹੋ ਸਕਦੀ ਹੈ ਜੋ ਵਿਅਕਤੀ ਆਪਣੇ ਬਾਰੇ ਹੀ ਖੁਦ ਲਿਖੇ। ਸਵੈ ਜੀਵਨੀ ਲਿਖਣ ਵੇਲੇ ਵੈਸੇ ਤਾਂ ਹਰ ਲੇਖਕ ਦਾ ਫਰਜ਼ ਬਣ ਜਾਂਦਾ ਹੈ ਕਿ ਜਦੋਂ ਉਹ ਆਪਣੇ ਹੱਥ ਵਿੱਚ ਕਲਮ ਫੜ ਲੈਂਦਾ ਹੈ ਤਾਂ ਉਹ ਨਿਰਪੱਖ ਜੱਜ ਵਾਂਗੂ ਨਿਰਪੱਖ ਸੋਚ ਰੱਖ ਕੇ ਕਾਗਜ਼ ਉੱਪਰ ਸ਼ਬਦ ਲਿਖੇ। ਇਹ ਲਾਈਨ ਇਸ ਕਰਕੇ ਲਿਖਣੀ ਪਈ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਆਪਣੇ ਬਾਰੇ ਕੋਈ ਸ਼ਬਦ ਕਾਗਜ਼ ਉੱਪਰ ਲਿਖਦਾ ਹੈ ਤਾਂ ਉਹ ਆਪਣੇ ਆਪ ਨੂੰ ਸੱਚਾ, ਸੁੱਚਾ ਅਤੇ ਯੋਗ ਦੱਸਣ ਵਾਸਤੇ ਲਿਖਤ ਨੂੰ ਆਪਣੇ ਪਾਸੇ ਵੱਲ ਇਸ ਕਰਕੇ ਮੋੜ ਸਕਦਾ ਹੈ ਕਿਉਂਕਿ ਕਲਮ ਉਸ ਦੇ ਹੱਥ ਵਿੱਚ ਹੁੰਦੀ ਹੈ। ਐਸਾ ਕਰਨ ਕਰਕੇ ਉਸ ਦੀ ਕਲਮ ਨੂੰ ਨਿਰਪੱਖ ਨਹੀਂ ਕਿਹਾ ਜਾ ਸਕਦਾ। ਉਹ ਲੇਖਕ ਐਸਾ ਕਰਕੇ ਆਪਣੀ ਕਲਮ ਦਾ ਵਿਸ਼ਵਾਸ ਖਰਾਬ ਕਰ ਬੈਠਦਾ ਹੈ। ਡਾਕਟਰ ਅਮਰ ਕੋਮਲ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਜੇ ਕੋਈ ਲਿਖਤ ਲੇਖਕ ਦੇ ਵਿਰੁੱਧ ਵੀ ਜਾਂਦੀ ਹੋਵੇ ਤਾਂ ਵੀ ਲੇਖਕ ਦਾ ਫਰਜ਼ ਬਣ ਜਾਂਦਾ ਕਿ ਉਸ ਨੂੰ ਸੱਚੋ ਸੱਚ ਹੂਬ ਲਿਖ ਦੇਵੇ। ਐਸਾ ਕਰਨ ਨਾਲ ਉਹੀ ਵਿਰੁੱਧ ਜਾਂਦੀ ਲਿਖਤ ਲੇਖਕ ਦੇ ਹੱਕ ਵਿੱਚ ਹੋ ਜਾਂਦੀ ਹੈ ਕਿਉਂਕਿ ਉਸ ਲੇਖਕ ਨੇ ਸੱਚ ਲਿਖਿਆ ਹੁੰਦਾ ਹੈ। ਯਾਰਾਂ ਦੋਸਤਾਂ ਦੇ ਕਹਿਣ 'ਤੇ ਮੈਂ ਅਨੂਠੀਆਂ ਯਾਦਾਂ ਹੱਡ ਬੀਤੀਆਂ ਨਾਂ ਦੀ ਕਿਤਾਬ 2013 ਈਸਵੀ ਵਿੱਚ ਲਿਖੀ ਸੀ, ਜੋ ਮੇਰੇ ਜਨਮ ਤੋਂ 38 ਸਾਲਾਂ ਦੀ ਉਮਰ ਤੱਕ, ਜਦੋਂ ਮੈਂ ਫੌਜ ਵਿੱਚੋਂ ਪੈਨਸ਼ਨ ਆਇਆ ਸੀ ਤਦ ਤੱਕ ਹੀ ਲਿਖੀ ਗਈ ਸੀ। ਭਾਵੇਂ ਉਸ ਕਿਤਾਬ ਲਿਖਣ ਵੇਲੇ ਮੇਰੀ ਉਮਰ 80 ਸਾਲਾਂ ਦੀ ਸੀ ਅਤੇ ਹੁਣ 85 ਸਾਲਾਂ ਦੀ ਹੈ। ਇੱਥੇ ਮੈਂ ਆਪਣੇ ਵੱਲੋਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਦੋਂ ਇਹ ਕਿਤਾਬ ਲਿਖੀ ਗਈ ਉਦੋਂ ਸੂਬੇਦਾਰ ਸਾਹਿਬ ਦੀ ਉਮਰ 85 ਸਾਲ ਦੀ ਸੀ, ਜਦ ਕਿ ਹੁਣ ਉਹ 95 ਸਾਲ ਤੋਂ ਉੱਪਰ ਹੋ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਉਹ ਕਿਤਾਬ ਜ਼ਿੰਦਗੀ ਦੇ ਪਹਿਲੇ ਹਿੱਸੇ ਭਾਵ 38 ਸਾਲ ਦੀ ਉਮਰ ਤੱਕ ਇਸ ਕਰਕੇ ਲਿਖੀ ਸੀ ਕਿਉਂਕਿ ਇਸ ਤੋਂ ਮਗਰੋਂ ਮੇਰੀ ਜ਼ਿੰਦਗੀ ਦੀਆਂ ਤਰਾਸਦੀਆਂ ਮੇਰਾ ਓੜਕ ਸਬਰ ਦੇਖ ਰਹੀਆਂ ਸਨ। ਹੋ ਸਕਦਾ ਹੈ ਕਿ ਮੈਂ ਸਭ ਤੋਂ ਵੱਧ ਪੀੜਤ ਪਤੀ ਅਤੇ ਪਿਤਾ ਦੀ ਸੂਚੀ ਦਾ ਹਿੱਸਾ ਹੋਵਾਂ। ਜਦੋਂ ਕੋਈ ਵਿਅਕਤੀ ਮੇਰੀ ਉਮਰ ਵਿੱਚ ਪਹੁੰਚ ਜਾਂਦਾ ਹੈ ਤਦ ਉਹ ਪੀੜਤ ਹੋ ਕੇ ਵੀ ਆਪਣੇ ਆਪ ਨੂੰ ਪੀੜਤ ਇਸ ਕਰਕੇ ਨਹੀਂ ਦੱਸਦਾ ਕਿ ਪਰਿਵਾਰ ਤਾਂ ਮੇਰਾ ਹੀ ਹੈ, ਕਿਤੇ ਇਸ ਦਾ ਨਾਂ ਖਰਾਬ ਨਾ ਹੋ ਜਾਵੇ। ਉਹ ਹੱਦ ਦਰਜੇ ਦਾ ਦੁਖੀ ਹੋ ਕੇ ਵੀ ਆਪਣੇ ਆਪ ਨੂੰ ਸੁਖੀ ਦੱਸਦਾ ਹੈ। ਇੱਕ ਮਨੁੱਖੀ ਫਿਤਰਤ ਹੀ ਤਾਂ ਹੈ। ਜੇ ਉਹ ਸੱਚ ਬੋਲਦਾ ਜਾਂ ਲਿਖਦਾ ਹੈ ਤਾਂ ਅੱਗ ਦਾ ਭਾਂਬੜ ਬਣ ਕੇ ਮੱਚਦਾ ਹੈ। ਜੇ ਝੂਠ ਬੋਲਦਾ ਤਾਂ ਆਪਣੇ ਆਪ ਨਾਲ ਨਾਇਨਸਾਫੀ, ਜ਼ਿਆਦਤੀ ਤੇ ਪਾਪ ਵੀ ਕਰਦਾ ਹੈ। ਇਸ ਕਰਕੇ ਚੁੱਪ ਰਹਿਣਾ ਹੀ ਠੀਕ ਸਮਝਦਾ ਹੈ। ਵੈਸੇ ਕੋਈ ਵੀ ਗੱਲ ਗੁੱਝੀ ਨਹੀਂ ਰਹਿੰਦੀ। ਹਰ ਗੱਲ ਦੀ ਭਾਵ, ਹੁਮਕ, ਰਮਜ਼ ਜਾਂ ਨਿਸ਼ਾਨੀਆਂ ਸਮਾਜ ਤੱਕ ਜ਼ਰੂਰ ਪਹੁੰਚ ਜਾਂਦੀਆਂ ਹਨ। ਜਿਵੇਂ ਅੰਨੇ ਕਤਲ ਕੀਤੇ ਨੂੰ ਜ਼ਮੀਨ ਵਿੱਚ ਡੂੰਘਾ ਜੇ ਦੱਬ ਦਿੱਤਾ ਜਾਵੇ ਤਾਂ ਵੀ ਉਸ ਦੀ ਕੋਈ ਨਾ ਕੋਈ ਨਿਸ਼ਾਨੀ ਪਿੱਛੇ ਰਹਿ ਕੇ ਕਤਲ ਦਾ ਸਬੂਤ ਬਣੀ ਜਾਂਦੀ ਹੈ, ਅਤੇ ਜਿਸ ਰਾਹੀਂ ਕਾਨੂੰਨ ਅਤੇ ਹੱਥਕੜੀ ਕਾਤਲ ਤੱਕ ਪਹੁੰਚ ਜਾਂਦੀ ਹੈ। ਬਸ ਇਸ ਕਿਤਾਬ ਵਿੱਚ ਮੇਰੇ ਪੈਨਸ਼ਨ ਆਏ ਤੋਂ ਮਗਰੋਂ ਦੀਆਂ ਤਰਾਸਦੀਆਂ ਹੀ ਅੰਕਿਤ ਹਨ। ਮੇਰੀ ਸਵੈ ਜੀਵਨੀ ਵਾਲੀ ਪਹਿਲੀ ਕਿਤਾਬ ਅਨੂਠੀਆਂ ਯਾਦਾਂ ਹਰ ਅਤੇ ਇਸ ਕਿਤਾਬ ਦੀ ਲਿਖਣ ਸ਼ੈਲੀ ਵਿੱਚ ਇਹ ਫਰਕ ਹੈ ਕਿ ਕਿਤਾਬ ਅਨੂਠੀਆਂ ਯਾਦਾਂ ਸਾਲ ਮੁਤਾਬਕ ਭਾਵ ਇੱਕ ਤੋਂ ਅਗਲਾ ਦੂਸਰਾ ਅਤੇ ਫਿਰ ਅਗਲਾ ਤੀਸਰੇ ਸਾਲ ਬਾਰੇ ਦੇ ਹਿਸਾਬ ਨਾਲ ਲਿਖੀ ਹੋਈ ਹੈ, ਪਰ ਇਸ ਕਿਤਾਬ ਦੇ ਅਧਿਆਏ ਵਿਸ਼ੇ ਅਨੁਸਾਰ ਹਨ ਜੋ ਤੁਸੀਂ ਕਿਤਾਬ ਵਿੱਚੋਂ ਦੇਖ ਸਕਦੇ ਹੋ। ਜੀਵਨੀ ਜਾਂ ਸਵੈ ਜੀਵਨੀ ਕਿਸੇ ਵਿਅਕਤੀ ਦੇ ਜੀਵਨ ਬਾਰੇ ਇੱਕ ਲਿਖਤੀ ਕਹਾਣੀ ਹੀ ਨਹੀਂ ਹੁੰਦੀ, ਸਗੋਂ ਇਹ ਤਾਂ ਆਪਣੀ ਜ਼ਿੰਦਗੀ ਨੂੰ ਸੰਵਾਰਨ ਵਾਸਤੇ ਕਿਸੇ ਦੀ ਜ਼ਿੰਦਗੀ ਤੋਂ ਮਿਲਦਾ ਇੱਕ ਸਬਕ ਵੀ ਹੁੰਦੀ ਹੈ। ਇਸ ਨੂੰ ਪੜ੍ਹਨ ਵਾਸਤੇ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਕਿ ਜੀਵਨੀ ਨਾਲ ਸੰਬੰਧਿਤ ਵਿਅਕਤੀ ਨੂੰ ਜਨਮ ਤੋਂ ਮਗਰੋਂ ਕਿਹੋ ਜਿਹੇ ਜ਼ਮੀਨੀ ਹਾਲਾਤ ਮਿਲੇ ਅਤੇ ਉਸਨੇ ਉਹਨਾਂ ਹਾਲਾਤਾਂ ਨਾਲ ਜੂਝਣ ਵਾਸਤੇ ਕਿਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਅਤੇ ਇਹੋ ਜਿਹੀਆਂ ਮਿਲੀਆਂ ਤਲਖ ਹਕੀਕਤਾਂ ਹੁੰਦਿਆਂ ਹੋਇਆਂ ਵੀ ਉਹ ਕਿੰਨਾ ਕੁ ਸਫਲ ਹੋਇਆ ਸੀ। ਜ਼ਿੰਦਗੀ ਵਿੱਚ ਮੁਸ਼ਕਲਾਂ ਮੁਸੀਬਤਾਂ ਦਾ ਸ਼ਾਮਲ ਹੋਣਾ ਤਾਂ ਬਹੁਤ ਹੀ ਜ਼ਰੂਰੀ ਹੈ। ਇਸੇ ਕਰਕੇ ਡਾਕਟਰ ਇਕਬਾਲ ਨੇ ਕਿਹਾ ਹੈ, ਤੂੰ ਦੀ ਏ ਬਾਦ ਮੁਖਾਲਿਫ ਸੇ ਨਾ ਘਬਰਾ ए औकाब, ये तो चलती है तुझे ऊंचा उठाने के लिए। ਫਾਰਸੀ ਦੇ ਸ਼ਬਦਾਂ ਵਾਲੇ ਉਰਦੂ ਦੇ ਇਸ ਸ਼ੇਰ ਵਿੱਚ ਡਾਕਟਰ ਇਕਬਾਲ ਨੇ ਉੱਡਣ ਵਾਲੇ ਸਭ ਤੋਂ ਜ਼ੋਰਾਵਰ ਪੰਛੀ ਔਕਾਬ ਨੂੰ ਇਸ਼ਾਰੇ ਵਿੱਚ ਕਿਹਾ ਕਿ ਸਾਹਮਣੇ ਤੋਂ ਚੱਲ ਕੇ ਆ ਰਹੀ ਤੇਜ਼ ਹਵਾ ਤੋਂ ਘਬਰਾਣਾ ਹੈ ਔਕਾਬ, ਉਹ ਤਾਂ ਸਗੋਂ ਤੇਰੀ ਉਡਾਨ ਨੂੰ ਹੋਰ ਉੱਚਾ ਲੈ ਕੇ ਜਾਣ ਲਈ ਮਦਦ ਵਾਸਤੇ ਹੈ। ਭਾਵ ਇਹ ਮਿਹਨਤੀ ਮਨੁੱਖ ਤੋਂ ਜ਼ਿੰਦਗੀ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਨਾ ਘਬਰਾ, ਕਿਉਂਕਿ ਮਿਹਨਤੀ ਮਨੁੱਖ ਨੂੰ ਇਹੋ ਜਿਹੀਆਂ ਰੁਕਾਵਟਾਂ ਹੀ ਤਾਂ ਮਹਾਨ ਹਸਤੀਆਂ ਬਣਾਉਂਦੀਆਂ ਹਨ। ਕਿਸੇ ਨੂੰ ਵੀ ਮਹਾਨਤਾ ਸੁੱਖ ਭੋਗਦੇ ਨੂੰ ਨਹੀਂ ਮਿਲੀ। ਸਮੱਸਿਆਵਾਂ, ਮੁਸ਼ਕਲਾਂ, ਮੁਸੀਬਤਾਂ ਤਾਂ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਅਤੇ ਸਫਲ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਨੇ।
डॉक्टर इकबाल तैयबी लिखते हैं, जिंदगी को कर बुलंद इतना कि हर तकदीर से पहले खुदा बंदे से खुद पूछे कि बता तेरी रज़ा क्या है। ਭਾਵ ਐ ਮਨੁੱਖ ਤੂੰ ਆਪਣੀ ਜ਼ਿੰਦਗੀ ਨੂੰ ਸੱਚ ਤੇ ਸੁੱਚਤਾ ਤੇ ਸਖਤ ਮਿਹਨਤ ਨਾਲ ਐਸਾ ਨਿਪੁੰਨ ਕਰ ਲੈ ਜਿਸ ਨਾਲ ਮਨ ਭਾਉਂਦਾ ਨਤੀਜਾ ਤੇਰੇ ਕਦਮਾਂ ਨੂੰ ਆਪ ਆ ਕੇ ਚੁੰਮੇ। ਉੱਚੀ ਮੰਜ਼ਿਲ ਤੇ ਪਹੁੰਚਣ ਵਾਲੇ ਮੁਸਾਫਰ ਨੂੰ ਕੰਡਿਆਲੇ ਰਾਹਾਂ ਵਿੱਚੋਂ ਦੀ ਹੋ ਕੇ ਨੰਗੇ ਪੈਰੀਂ ਲੰਘਣਾ ਪੈਂਦਾ ਹੈ। ਮੈਂ ਆਪਣੇ ਫਰਜ਼ ਪੂਰੇ ਕੀਤੇ ਹਨ। ਮੇਰੀ ਪਤਨੀ ਬਲਵੰਤ ਕੌਰ 3 ਵਾਰ ਬਿਮਾਰ ਹੋਈ। ਪਹਿਲੀ ਵਾਰ 1959 ਵਿੱਚ, ਉਸ ਵੇਲੇ ਵੱਡਾ ਪੁੱਤਰ ਬਲਬੀਰ ਬਹੁਤ ਛੋਟਾ ਸੀ। ਮੈਂ ਇਸ ਦੇ ਇਲਾਜ ਵਾਸਤੇ ਇਸ ਨੂੰ ਜੰਮੂ ਕਸ਼ਮੀਰ ਦੇ ਮੀਰਾ ਸਾਹਿਬ ਸਥਾਨ 'ਤੇ, ਜਿੱਥੇ ਮੇਰੀ ਪਲਟਨ 7 ਸਿੱਖ ਮੌਜੂਦ ਸੀ, ਲੈ ਕੇ ਗਿਆ ਤੇ ਇਲਾਜ ਕਰਵਾਇਆ ਸੀ। ਦੂਜੀ ਵਾਰ ਜਦੋਂ ਬਿਮਾਰ ਹੋਈ ਤਾਂ 1964 ਈਸਵੀ ਵਿੱਚ ਮੈਂ 2 ਮਹੀਨੇ ਦੀ ਛੁੱਟੀ ਲੈ ਕੇ ਆਇਆ ਤੇ ਕਾਲਾ ਸੰਘਾ ਦੇ ਨਵੇਂ ਬਣੇ ਸਰਕਾਰੀ ਹਸਪਤਾਲ ਤੋਂ 2 ਮਹੀਨੇ ਤੱਕ ਇਲਾਜ ਕਰਵਾਇਆ ਤੇ ਤੰਦਰੁਸਤ ਹੋਈ ਤਾਂ ਮੈਂ ਰੱਬ ਦਾ ਸ਼ੁਕਰਾਨਾ ਕੀਤਾ। ਤੀਸਰੀ ਵਾਰ 1966 ਈਸਵੀ ਵਿੱਚ ਬਿਮਾਰ ਹੋ ਗਈ ਤਾਂ ਮੈਂ ਪਲਟਨ ਦੀ ਮਨਜ਼ੂਰੀ ਨਾਲ ਪੱਛਮੀ ਬੰਗਾਲ ਸਥਾਨ ਕੰਚਨਪਾੜਾ ਵਿਖੇ ਲੈ ਗਿਆ ਸੀ। ਫਿਰ ਬੈਰਕਪੁਰ ਨੇੜੇ ਕਲਕੱਤਾ ਆ ਗਏ। ਇਲਾਜ ਮਿਲਟਰੀ ਹਸਪਤਾਲ ਤੋਂ 1966 ਤੋਂ 68 ਤੱਕ ਕਰਵਾਇਆ ਤੇ ਆਰਾਮ ਆਏ ਤੋਂ ਰੱਬ ਦਾ ਸ਼ੁਕਰਾਨਾ ਕੀਤਾ ਤੇ ਪਿੰਡ ਯਾਨੀ ਘਰ ਛੱਡ ਕੇ ਆਇਆ ਸੀ। ਮੇਰਾ ਵੱਡਾ ਬੇਟਾ ਬਲਵੀਰ 1979 ਵਿੱਚ ਬਿਮਾਰ ਹੋਇਆ। ਮੈਂ ਆਪ ਨਾਲ ਜਾ ਕੇ ਜਲੰਧਰ ਮਲਹੋਤਰਾ ਹਸਪਤਾਲ ਵਿਖੇ ਦਾਖਲ ਕਰਾ ਕੇ ਨੱਕ ਦਾ ਆਪਰੇਸ਼ਨ ਕਰਵਾਇਆ ਸੀ। ਬਲਵੀਰ ਦੂਸਰੀ ਵਾਰ ਫਿਰ ਬਿਮਾਰ ਹੋਇਆ ਤਾਂ 1982 ਨੂੰ ਕਪੂਰਥਲਾ ਵਿਖੇ ਨਵੇਂ ਬਣੇ ਆਲੂਵਾਲੀਆ ਹਸਪਤਾਲ ਵਿੱਚ 20-25 ਦਿਨ ਮੈਂ ਖੁਦ ਬਲਵੀਰ ਦੇ ਨਾਲ ਰਿਹਾ ਤੇ ਇਲਾਜ ਕਰਵਾਇਆ ਤੇ ਆਰਾਮ ਆਏ ਤੋਂ ਰੱਬ ਦਾ ਸ਼ੁਕਰਾਨਾ ਕੀਤਾ ਸੀ। ਇਹ ਸਭ ਕੁਝ ਕਰਨਾ ਮੇਰਾ ਫਰਜ਼ ਬਣਦਾ ਸੀ, ਜੋ ਮੈਂ ਪੂਰਾ ਕੀਤਾ। ਮੈਂ ਆਪਣੇ ਕਿਸੇ ਵੀ ਫਰਜ਼ ਨੂੰ ਪੂਰਾ ਕਰਨ ਤੋਂ ਪਿੱਛੇ ਨਹੀਂ ਹਟਿਆ ਹਾਂ। ਮੈਂ ਬਿਮਾਰ ਹੋ ਗਿਆ ਸੀ। ਮੈਂ 1990 ਤੋਂ 98-99 ਤੱਕ ਬਲੱਡ ਪ੍ਰੈਸ਼ਰ ਦਾ ਮਰੀਜ਼ ਰਿਹਾ। ਇਲਾਜ ਕਪੂਰਥਲਾ ਤੇ ਮਗਰੋਂ ਮਿਲਟਰੀ ਹਸਪਤਾਲ ਜਲੰਧਰ ਛਾਉਣੀ ਤੋਂ ਕਰਵਾਉਂਦਾ ਰਿਹਾ ਸੀ। 1998-99 ਵਿੱਚ ਦਿਲ ਦਾ ਮਰੀਜ਼ ਬਣ ਗਿਆ। ਮੇਰੀਆਂ ਖੂਨ ਦੀਆਂ 3 ਨਾੜਾਂ ਬਲੌਕ 80%, 90% ਤੇ ਤੀਸਰੀ 100% ਬੰਦ ਹੋ ਗਈਆਂ ਸਨ। ਉਸ ਵੇਲੇ ਮੇਰਾ ਇਲਾਜ ਕਪੂਰਥਲਾ ECHS ਵਿੱਚ ਹੁੰਦਾ ਸੀ। ਮੈਂ ਮਹੀਨੇ ਵਿੱਚ 1 ਵਾਰ ਦਵਾ ਲੈ ਕੇ ਆਉਂਦਾ ਸੀ। ਖੂਨ ਦੀਆਂ ਬੰਦ ਨਾੜਾਂ ਨੂੰ ਖੁਲਵਾਉਣ ਵਾਸਤੇ ਮੈਂ 22/2/2015 ਨੂੰ ਟੈਗੋਰ ਹਸਪਤਾਲ ਜਲੰਧਰ ਵਿਖੇ ਦਾਖਲ ਹੋਇਆ ਸੀ। ਉੱਥੋਂ ਨਾੜਾਂ ਨਹੀਂ ਖੁੱਲ੍ਹ ਸਕੀਆਂ। ਫਿਰ 19/5/2017 ਨੂੰ ਕੈਪੀਟਲ ਹਸਪਤਾਲ ਜਲੰਧਰ ਵਿਖੇ ਬੰਦ ਖੂਨ ਦੀਆਂ ਨਾੜਾਂ ਖੁਲਵਾਉਣ ਵਾਸਤੇ ਦਾਖਲ ਹੋਇਆ ਸਾਂ ਤਾਂ ਉਹਨਾਂ ਨੇ 2 ਨਾੜਾਂ ਖੋਲ੍ਹ ਕੇ 2 ਸਟੰਟ ਪਾ ਦਿੱਤੇ ਸਨ। ਤੀਸਰੀ ਵਾਰ ਮੈਂ ਫਿਰ ਤੀਸਰੀ ਨਾੜ ਖੁਲਵਾਉਣ ਵਾਸਤੇ ਕੈਪੀਟਲ ਹਸਪਤਾਲ ਜਲੰਧਰ ਵਿਖੇ ਦਾਖਲ ਹੋਇਆ ਸੀ ਤਦ ਉਹਨਾਂ ਨੇ 100% ਬੰਦ ਖੂਨ ਦੀ ਨਾੜੀ ਖੋਲ੍ਹ ਕੇ ਸਟੰਟ ਪਾ ਦਿੱਤਾ ਸੀ। ਹਰ ਸਾਲ 1 ਜਨਵਰੀ ਨੂੰ ਗੁਰਦੁਆਰਾ ਸਾਹਿਬ ਕਾਲਮਾ ਅਤੇ ਸ਼ਾਹਪੁਰ ਪਿੰਡ ਵਿਖੇ ਨਵੇਂ ਸਾਲ ਦੇ ਸਵਾਗਤ ਵਾਸਤੇ ਵਿਸ਼ਵ ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ, ਆਪਸੀ ਪਿਆਰ ਤੇ ਖੂਨ ਖਰਾਬਾ ਰੋਕਣ ਵਾਸਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ, ਭੋਗ ਅਤੇ ਅਰਦਾਸ ਪਿੰਡ ਦੀ ਸੰਗਤ ਦੀ ਮਦਦ ਨਾਲ ਕਰਾਈ ਜਾਂਦੀ ਹੈ। ਮੇਰੀਆਂ ਕਿਤਾਬਾਂ ਦੀ ਕੁੰਡ 'ਚ ਕਈ ਸਿਰਜਣਾ ਕੇਂਦਰ ਕਪੂਰਥਲਾ ਵਿਖੇ ਕਰਾਈ ਗਈ ਸੀ। ਕੰਵਰ ਇਮਤਿਆਜ਼ ਦੀ ਮੌਤ ਤੋਂ ਮਗਰੋਂ ਜਦੋਂ ਤੋਂ ਮੈਨੂੰ ਦੋਨਾਂ ਪੰਜਾਬ ਸੱਤ ਦੇ ਸੇਵਾਦਾਰ ਦੀ ਡਿਊਟੀ ਸੌਂਪੀ ਗਈ ਹੈ, ਇਸ ਦਿਨ ਤੋਂ ਲੈ ਕੇ ਮੈਂ ਦੋਨਾਂ ਪੰਜਾਬੀ ਸੱਤ ਦੇ ਕਈ ਸਮਾਗਮ ਕਰਵਾ ਚੁੱਕਿਆ। ਪਿਛਲਾ ਸਮਾਗਮ 31/12/2017 ਨੂੰ ਪਿੰਡ ਸ਼ਾਹਪੁਰ ਵਿਖੇ ਹੀ ਕਰਵਾਇਆ ਸੀ। ਇਹ ਸਭ ਕੁਝ ਲਿਖਣ ਦਾ ਭਾਵ ਇਹ ਹੈ ਕਿ ਮੇਰੇ ਪਰਿਵਾਰ ਦਾ ਇੱਕ ਵੀ ਮੈਂਬਰ ਨਾ ਕਿਸੇ ਵੀ ਹਸਪਤਾਲ ਵਿੱਚ ਮੇਰੀ ਰਾਜ਼ੀ ਖੁਸ਼ੀ ਦਾ ਪਤਾ ਲੈਣ ਮੇਰੇ ਕੋਲ ਗਿਆ ਅਤੇ ਨਾ ਹੀ ਸਕੂਲ ਦੇ ਪ੍ਰੋਗਰਾਮ ਜਿਵੇਂ 26 ਜਨਵਰੀ ਅਤੇ 15 ਅਗਸਤ ਨੂੰ ਗਿਆ ਅਤੇ ਨਾ ਹੀ ਦੋਨਾਂ ਪੰਜਾਬੀ ਸੱਤ ਦੇ ਸਮਾਗਮ ਵਿੱਚ, ਇੱਥੋਂ ਤੱਕ ਕਿ ਪਿੰਡ ਸ਼ਾਹਪੁਰ ਵਿਖੇ ਵੀ ਨਹੀਂ ਗਿਆ ਸੀ। ਫਿਰ ਵੀ ਮੈਂ ਇਸ ਨੂੰ ਸਰਾਪ ਨਹੀਂ ਸਗੋਂ ਵਰਤ ਸਮਝਦਾ ਹਾਂ। ਇਹ ਪਰਮਾਤਮਾ ਦੀ ਮਿਹਰ ਹੈ ਕਿ ਪਰਿਵਾਰ ਦੀ ਵੱਡੀ ਬੇਰੁਖੀ ਹੁੰਦਿਆਂ ਵੀ ਮੇਰੀ ਜ਼ਿੰਦਗੀ ਚੜ੍ਹਦੀ ਕਲਾ ਵਿੱਚ ਨਿਕਲ ਰਹੀ ਹੈ, ਕਿਉਂਕਿ ਦੁੱਖ ਸੁੱਖ, ਸਮੱਸਿਆਵਾਂ, ਮੁਸ਼ਕਲਾਂ ਅਤੇ ਮੁਸੀਬਤਾਂ ਸਫਲ ਜ਼ਿੰਦਗੀ ਦੇ ਅਹਿਮ ਅਤੇ ਜ਼ਰੂਰੀ ਹਿੱਸੇ ਹੁੰਦੇ ਹਨ। ਹੁਣ ਗੱਲ ਕਰਦੇ ਹਾਂ ਭਾਰਤ ਦੇ ਆਜ਼ਾਦ ਹੋਣ ਵਾਲੇ ਵੇਲੇ ਦੀ। ਭਾਰਤ ਦੇ ਆਜ਼ਾਦ ਹੋਣ ਭਾਵ 1947 ਤੋਂ ਪਹਿਲੋਂ ਸਮਾਜ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਆਜ਼ਾਦੀ ਨੂੰ ਦੇਖਣ ਵਾਸਤੇ ਅੰਗੜਾਈ ਲੈਣ ਲੱਗ ਗਿਆ ਸੀ। ਪਰ ਆਜ਼ਾਦੀ ਦੇ ਨਾਲ ਬਰਬਾਦੀ ਭਾਵ ਪਾਕਿਸਤਾਨ ਨਵੇਂ ਮੁਲਕ ਦੀ ਕੈਮੀ ਵੀ ਕਿਸਮਤ ਦੀ ਥਾਲੀ ਵਿੱਚ ਪਰੋਸੀ ਹੋਈ ਸਾਨੂੰ ਧੱਕੇ ਨਾਲ ਫੜਾ ਦਿੱਤੀ ਗਈ ਸੀ, ਜੋ ਭਾਰਤ ਦੇ ਉੱਤਰ ਪੱਛਮੀ ਹਿੱਸੇ ਵਿੱਚ ਪੰਜਾਬੀਆਂ ਦੇ ਖੂਨ ਨਾਲ ਖੇਡੀ ਗਈ ਹੋਲੀ ਦਾ ਕਾਰਨ ਬਣੀ ਸੀ। ਪਰ ਪੰਜਾਬੀਆਂ ਨੇ ਉਹ ਜੇ ਭਿਆਨਕ ਸਮੇਂ ਨਾਲ ਨਜਿੱਠਿਆ ਅਤੇ ਸਭ ਕੁਝ ਬਰਬਾਦ ਯਾਨੀ ਢਹਿ ਢੇਰੀ ਹੋ ਚੁੱਕੇ ਨਿਜ਼ਾਮ ਨੂੰ ਮੁੜ ਠੀਕ ਕਰਕੇ ਆਪਣੇ ਨਿੱਜੀ ਹੌਸਲੇ ਦੀ ਪਛਾਣ ਦਾ ਸਬੂਤ ਦਿੱਤਾ ਸੀ। ਉਹ ਐਸਾ ਸਮਾਂ ਸੀ ਜਿਵੇਂ ਭੁਚਾਲ ਤੋਂ ਮਗਰੋਂ ਮੁੜ ਹੋਈ ਤਬਾਹੀ ਦੀ ਉਸਾਰੀ ਸ਼ੁਰੂ ਹੋ ਜਾਂਦੀ ਹੈ ਅਤੇ ਗੁਆਚੇ ਸੱਭਿਆਚਾਰ ਨੂੰ ਸੰਵਾਰ ਕੇ ਨਵਾਂ ਸੱਭਿਆਚਾਰ ਉਸਾਰਨਾ ਪੈਂਦਾ ਹੈ ਅਤੇ ਕਈ ਨਵੇਂ ਬਦਲਾਅ ਦੇਖਣ ਨੂੰ ਮਿਲਦੇ ਹਨ। ਜਿਵੇਂ ਕੱਪੜੇ ਪਹਿਨਣ ਦੇ ਸਦੀਆਂ ਤੋਂ ਹੀ ਨਹੀਂ ਹਜ਼ਾਰਾਂ ਸਾਲਾਂ ਤੋਂ ਚਲੇ ਆ ਰਹੇ ਰਸਮੋ ਰਿਵਾਜ, ਜਿਵੇਂ ਘੱਗਰਾ ਪਹਿਨਣਾ, ਡੂੰਘਾ ਘੁੰਡ ਕੱਢਣਾ, ਸਕੂਲਾਂ ਵਿੱਚ ਵਰਜਿਤ ਕੁੜੀਆਂ ਦੀ ਪੜ੍ਹਾਈ ਅਤੇ ਸਾਰੇ ਪੰਜਾਬ ਵਿੱਚ ਹੀ ਸਮਾਜਿਕ ਪਛੜੇਵੇਂ ਕਰਕੇ ਔਰਤਾਂ ਦੇ ਅਧਿਕਾਰਾਂ ਅਤੇ ਪਛੜੇਵੇਂ ਉੱਪਰ ਡਾਕੇ ਵਰਗੇ ਮਾੜੇ ਹਾਲਾਤ ਵਿੱਚੋਂ ਉਭਰਨ ਦੀ ਉਮੀਦ ਕਰਵਟ ਲੈਣ ਲੱਗ ਪਈ ਸੀ। ਇਹ ਸਭ ਕੁਝ 1960-62 ਤੱਕ ਕਾਫੀ ਕੁਝ ਤਬਦੀਲ ਹੋ ਚੁੱਕਿਆ ਸੀ। ਸੱਭਿਅਤਾ ਨੂੰ ਤਬਦੀਲ ਹੁੰਦੀ ਅਤੇ ਬਹੁਤ ਅੱਗੇ ਵਧ ਰਹੀ ਦੀ ਕੋਸ਼ਿਸ਼ ਹੁੰਦੀ ਵੇਖ ਕੇ
ਸਵਾਗਤ ਕਰਨ ਤੇ ਹਿੱਸਾ ਪਾਉਣ ਵਾਲਿਆਂ ਦੀ ਲਾਈਨ ਵਿੱਚ ਮੈਂ ਵੀ ਇੱਕ ਹਿੱਸੇਦਾਰ ਸੀ, ਜੋ ਰੂੜੀਵਾਦੀ ਸੋਚ ਨੂੰ ਬਦਲਦੀ ਵੇਖ ਖੁਸ਼ ਹੋ ਰਿਹਾ ਸੀ। ਇਸ ਸੰਬੰਧ ਵਿੱਚ ਮੈਂ ਵੀ ਆਪਣੀ ਪੱਧਰ 'ਤੇ ਆਪਣੇ ਪਰਿਵਾਰ ਵਿੱਚ ਕਈ ਕੰਮ ਆਰੰਭ ਕੀਤੇ ਸਨ। ਜਿਵੇਂ ਅਨਪੜ੍ਹ ਪਤਨੀ ਨੂੰ ਕਾਪੀ ਪੈਨਸਲ ਤੇ ਪੰਜਾਬੀ ਦਾ ਕਾਇਦਾ ਲਿਆ ਕੇ ਦਿੱਤਾ ਸੀ ਤੇ ਪੜ੍ਹੀ ਲਿਖੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਬਲਵੰਤ ਕੌਰ ਥੋੜ੍ਹਾ ਪੜ੍ਹਨਾ ਤੇ ਲਿਖਣਾ ਜ਼ਰੂਰ ਸਿੱਖੀ ਤੇ ਮਗਰੋਂ ਭੁੱਲ ਗਈ ਸੀ। ਸਾਈਕਲ ਚਲਾਉਣਾ ਸਿਖਾਉਣ ਵਾਸਤੇ ਕਾਫੀ ਕੋਸ਼ਿਸ਼ ਕੀਤੀ, ਪਰ ਨਹੀਂ ਸਿੱਖ ਸਕੀ। ਪੁਰਾਣੇ ਫੈਸ਼ਨ ਦੇ ਕੱਪੜੇ ਦੀ ਸਿਲਾਈ ਨੂੰ ਬੰਦ ਕਰਕੇ ਨਵੇਂ ਫੈਸ਼ਨ ਦੇ ਕੱਪੜੇ ਖਰੀਦਣੇ ਤੇ ਨਵੇਂ ਰਿਵਾਜ ਦੀ ਆਧੁਨਿਕ ਸਿਲਾਈ ਵਾਸਤੇ ਕੱਪੜੇ ਪਹਿਨਾਉਣ ਵੱਲ ਧਿਆਨ ਦਿੱਤਾ ਸੀ। ਮਕਾਨ ਉਸਾਰੀ ਵੇਲੇ ਖੁੱਲ੍ਹੇ ਮਾਡਰਨ ਸੋਹਣੇ ਮਕਾਨ ਬਣਵਾਏ। ਉਸ ਵੇਲੇ ਦੇ ਰਿਵਾਜ ਮੁਤਾਬਕ ਉਹਨਾਂ ਵਿੱਚ ਸਾਰੀਆਂ ਸਹੂਲਤਾਂ ਬਣਵਾਈਆਂ ਸਨ। ਬੱਚਿਆਂ ਨੂੰ ਲਗਭਗ ਇਲਾਕੇ ਤੇ ਚਾਚੇ ਤਾਇਆਂ ਦੇ ਪੁੱਤਰਾਂ ਨਾਲੋਂ ਵੱਧ ਪੜ੍ਹਾ ਕੇ ਬਲਵੰਤ ਕੌਰ ਨੂੰ ਪੜ੍ਹੇ ਲਿਖੇ ਪੁੱਤਰਾਂ ਦੀ ਮੰਮੀ ਬਣਾਇਆ ਸੀ, ਤਾਂ ਜੋ ਨੌਕਰੀ 'ਤੇ ਲੱਗਣ ਦੇ ਯੋਗ ਹੋ ਸਕਣ, ਤੇ ਨੌਕਰੀ ਮਿਲੀ ਤੇ ਕੀਤੀ ਵੀ। ਮੇਰੀ ਫੌਜੀ ਨੌਕਰੀ ਵੇਲੇ ਮਨੀ ਆਰਡਰ ਕਰਨਾ ਤੇ ਛੁੱਟੀ ਆ ਕੇ ਪਹਿਲੋਂ ਕੁਝ ਸਾਲ ਪਿਤਾ ਨੂੰ ਮਗਰੋਂ ਪਤਨੀ ਨੂੰ ਪੈਸੇ ਭੇਜੇ ਤੇ ਫੜਾਏ। ਪੂਰੀਆਂ ਖੁੱਲ੍ਹਾਂ ਯਾਨੀ ਹੱਕ ਦਿੱਤੇ। ਰਜਮਾ ਪਿਆਰ ਕਈ ਢੁਕਵੇਂ ਨਾਵਾਂ ਨਾਲ ਪੁਕਾਰਨ ਵਾਲੀ ਪਤੀ ਪਤਨੀ ਦੇ ਪਿਆਰ ਭਰੀ ਨਵੀਂ ਤੋਂ ਨਵੀਂ ਸਭਿਅਤਾ ਨੂੰ ਅਗਾਂਹ ਵੱਲ ਤੋਰਿਆ ਸੀ। ਉਹਨਾਂ ਦਿਨਾਂ ਵਿੱਚ ਮੇਰੇ ਦਿਲ ਵਿੱਚ ਵਿਚਾਰ ਆਉਂਦਾ ਹੁੰਦਾ ਸੀ ਕਿ ਜਿੰਨਾ ਪਿਆਰ ਮੈਂ ਆਪਣੀ ਪਤਨੀ ਨੂੰ ਦਿੰਦਾ ਹਾਂ, ਕਿ ਉਹ ਵੀ ਦਿਨ ਆਉਣਗੇ ਜਦੋਂ ਸਾਰੀਆਂ ਪਤਨੀਆਂ ਨੂੰ ਪਤੀਆਂ ਵੱਲੋਂ ਇੰਨਾ ਪਿਆਰ ਮਿਲਿਆ ਕਰੇਗਾ ਜਿੰਨਾ ਮੇਰੇ ਵੱਲੋਂ ਮੇਰੀ ਪਤਨੀ ਨੂੰ ਮਿਲਦਾ ਹੈ। ਪਰ ਮੇਰੀ ਪਤਨੀ ਪਿਆਰ ਦੀ ਕਦਰ ਨਹੀਂ ਕਰ ਸਕੀ, ਸਗੋਂ ਅੰਧ ਵਿਸ਼ਵਾਸੀ ਤੇ ਤਾਂਤਰਿਕ ਗੁਆਂਢੀ ਪਰਿਵਾਰ ਦੀਆਂ ਔਰਤਾਂ ਦੇ ਹੱਥੀਂ ਚੜ੍ਹ ਕੇ ਮਿਲੇ ਵਿਰਸੇ ਵਿੱਚ ਸੰਸਕਾਰਾਂ ਮੁਤਾਬਕ ਮੈਨੂੰ ਮੇਰੇ ਪਿਤਾ ਤੇ ਭਰਾਵਾਂ ਨਾਲ ਲੜਾਉਣ ਤੇ ਬੋਲਚਾਲ ਬੰਦ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਰਹੀ ਸੀ, ਜਿਸ ਨਾਲ ਘਰ ਤੇ ਪਰਿਵਾਰ ਦਾ ਕਾਫੀ ਲੁਕਵਾਂ ਨੁਕਸਾਨ ਹੋਇਆ ਸੀ। ਤੇ ਹੁਣ ਅਸੀਂ 25-30 ਸਾਲ ਤੋਂ ਆਪਸ ਵਿੱਚ ਦੂਰ ਤੇ ਵੱਖ-ਵੱਖ ਪੁੱਤਰਾਂ ਨਾਲ ਜਿਉਂਦੇ ਜੀ ਵਿਛੋੜੇ ਦੀ ਲਪੇਟ ਵਿੱਚ ਹਾਂ। ਪਤੀ ਪਤਨੀ ਦੇ ਪਿਆਰ ਵਾਲੀ ਸਭਿਅਤਾ ਨੂੰ ਬਹੁਤ ਅੱਗੇ ਲੈ ਕੇ ਜਾਣ ਦਾ ਤਾਂ ਮੈਨੂੰ ਇਸ ਵਿਛੋੜੇ ਦੇ ਰੂਪ ਵਿੱਚ ਫਲ ਮਿਲਿਆ, ਪਰ ਹੋਣਾ ਇਸ ਤਰ੍ਹਾਂ ਚਾਹੀਦਾ ਸੀ। ਕਰੀਏ ਅਹਿਦ ਰਲ ਮਿਲ ਆਪਾਂ ਦੋਹਾਂ ਹੱਸ ਕੇ ਮੰਨਣੀਆਂ, ਜ਼ਿੰਦਗੀ ਦੀਆਂ ਸਭੇ ਧੁੱਪਾਂ ਛਾਵਾਂ ਹਨੇਰੇ ਤੇ ਰਾਤਾਂ ਚਾਨਣੀਆਂ। ਮੈਂ ਸਮਝਦਾ ਹਾਂ ਪਰਖਾਂ ਵੀ ਹੋਣੀ ਜ਼ਿੰਦਗੀ ਨੀਰਸ ਹੁੰਦੀ ਹੈ। ਮੁਸ਼ਕਲਾਂ ਰੋਗ ਸਭ ਪਰਖਾਂ ਹੀ ਤਾਂ ਹੁੰਦੀਆਂ ਹਨ। ਮੰਜ਼ਲਾਂ ਨੂੰ ਜਾਂਦੇ ਰਾਹ ਕੰਡਿਆਲੇ ਤੇ ਉੱਚੇ ਨੀਵੇਂ ਹੁੰਦੇ ਹਨ। ਇਹ ਸਭ ਜ਼ਿੰਦਗੀ ਦੇ ਹਿੱਸੇ ਹੁੰਦੇ ਹਨ। ਇਹਨਾਂ ਨੂੰ ਪਾਰ ਕਰਨ ਨੂੰ ਹੀ ਜ਼ਿੰਦਗੀ ਦਾ ਸੰਘਰਸ਼ ਕਿਹਾ ਜਾਂਦਾ ਹੈ। ਜੇ ਜ਼ਿੰਦਗੀ ਮਿਲੀ ਹੈ ਤਾਂ ਹਿੱਸੇ ਆਉਂਦੀਆਂ ਮੁਸ਼ਕਲਾਂ ਵੀ ਲੈਣੀਆਂ ਪੈਣਗੀਆਂ। ਮੁਸ਼ਕਲਾਂ ਨੂੰ ਦੂਰ ਕਰਨ ਵਾਸਤੇ ਹੌਸਲੇ, ਹਿੰਮਤ ਤੇ ਤਰਕੀਬ ਦੀ ਲੋੜ ਪਵੇਗੀ, ਤੇ ਤਰਤੀਬ ਵਿੱਚੋਂ ਦੀ ਰਾਹ ਵੀ ਨਜ਼ਰ ਆਵੇਗਾ, ਤੇ ਬਸ ਉਹੀ ਰਾਹ ਬੰਦੇ ਨੂੰ ਮੰਜ਼ਿਲ ਮਿਲ ਜਾਣ ਦਾ ਇਸ਼ਾਰਾ ਕਰੇਗਾ, ਤੇ ਸਫਲ ਹੋਈ ਜ਼ਿੰਦਗੀ ਹੀ ਮੰਜ਼ਿਲ ਹੁੰਦੀ ਹੈ। ਜ਼ਿੰਦਗੀ ਭਰ ਦਾ ਸੰਘਰਸ਼ ਹੀ ਸਫਲਤਾ ਤੇ ਮੰਜ਼ਿਲ ਦਾ ਮੂਲ ਸਿਧਾਂਤ ਹੁੰਦਾ ਹੈ। ਇਸ ਸਵੈ ਜੀਵਨੀ ਕਿਤਾਬ ਰੋਹੀ ਦਾ ਫੁੱਲ ਲਿਖਣ ਦਾ ਸਿਰਫ ਤੇ ਸਿਰਫ ਮਕਸਦ ਮੇਰੀ ਪਤਨੀ ਵੱਲੋਂ ਨੇਕ ਅਤੇ ਨੈਤਿਕਤਾ ਭਰਪੂਰ ਹਮਸਫਰ ਵਾਂਗ ਸਾਖ ਅਤੇ ਸਹਿਯੋਗ ਨਾ ਦੇਣ ਕਰਕੇ ਬਣੀਆਂ ਤਰਾਸਦੀਆਂ ਤੇ ਮਾਨਸਿਕਤਾ ਉੱਪਰ ਬਣੇ ਗਮ ਦੇ ਬੋਝ, ਭਾਵ ਜਿਵੇਂ ਮਿਹਦੇ ਵਿੱਚ ਬਣੀ ਜ਼ਹਿਰ ਨੂੰ ਉਲਟੀ ਕਰਕੇ ਬਾਹਰ ਕੱਢਣਾ ਤੇ ਤੰਦਰੁਸਤ ਬਣਨਾ ਹੀ ਹੈ। ਗਮ ਤੇ ਬੋਝੀ ਨੂੰ ਉਤਾਰਨ ਦਾ ਵਧੀਆ ਤਰੀਕਾ ਸਿਰਫ ਇਹੀ ਹੈ ਕਿ ਦਿਮਾਗ ਉੱਪਰ ਸੰਭਾਲੀਆਂ ਤਰਾਸਦੀਆਂ ਦੀਆਂ ਯਾਦਾਂ ਨੂੰ ਲਿਖਤੀ ਰੂਪ ਦੀ ਉਲਟੀ ਨਾਲ ਹੀ ਬਾਹਰ ਕੱਢਿਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਵਿੱਚ ਮੈਂ ਕਾਫੀ ਸਫਲ ਵੀ ਹੋਇਆ ਹਾਂ। ਜੇ ਮੇਰਾ ਪਰਿਵਾਰ ਮੇਰੀ ਕੀਤੀ ਬੇਅਦਬੀ ਤੇ ਬਦਸਲੂਕੀ ਦੀ ਮੁਆਫੀ ਮੰਗ ਲੈਂਦਾ ਤਾਂ ਸਾਰੇ ਮਸਲੇ ਹੀ ਆਪਣੇ ਆਪ ਹੱਲ ਹੋ ਜਾਣੇ ਸੀ। ਮੇਰੇ ਦਿਲ ਉੱਤੇ ਬੈਠਾ ਗਮ ਆਪਣੇ ਆਪ ਦੂਰ ਹੋ ਜਾਣਾ ਸੀ। ਨੇਕ ਪਤਨੀ ਤੇ ਆਗਿਆਕਾਰੀ ਪੁੱਤਰਾਂ ਵੱਲੋਂ ਪਤੀ ਤੇ ਪਿਤਾ ਤੋਂ ਮੁਆਫੀ ਮੰਗ ਲੈਣੀ ਵਿਗੜੇ ਮਸਲੇ ਨੂੰ ਹੱਲ ਯਾਨੀ ਠੀਕ ਕਰਨਾ ਹੀ ਤਾਂ ਸੀ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਇਹੋ ਅੱਗ। ਹੋ ਸਕਦਾ ਕਿ ਇਹੋ ਜਿਹੀਆਂ ਤਰਾਸਦੀਆਂ ਦੀ ਲਪੇਟ ਵਿੱਚ ਜਹਾਨ ਦੇ ਹੋਰ ਮਨੁੱਖ ਯਾਨੀ ਪਤੀ ਪਤਨੀ ਵੀ ਹੋਣ। ਇਹੋ ਜਿਹੀਆਂ ਲਿਖਤਾਂ ਪੜ੍ਹ ਕੇ ਸੂਝਵਾਨ ਜੋੜੀਆਂ ਆਪਣਾ ਗ੍ਰਸਤ ਜੀਵਨ ਬਚਾ ਸਕਦੀਆਂ ਹਨ। ਕਿਤਾਬ ਦਾ ਨਾਂ ਵਿਦਵਾਨਾਂ ਨੇ ਇਸ ਦੀ ਹੱਥ ਲਿਖਤ ਪੜ੍ਹ ਕੇ ਰੱਖਿਆ ਹੈ। ਜਿਵੇਂ ਰੋਹੀ ਸ਼ਬਦ ਮਾਲਵੇ ਦਾ ਹੈ, ਅਰਥ ਹੈ ਐਸੀ ਜ਼ਮੀਨ ਜਿੱਥੇ ਕੁਝ ਵੀ ਨਾ ਉੱਗ ਸਕਦਾ ਹੋਵੇ, ਭਾਵ ਬੰਜਰ ਜ਼ਮੀਨ ਰੇਗਿਸਤਾਨ ਵਿੱਚ ਵੀ ਨਿਖਲਸਤਾਨ ਹੁੰਦਾ ਹੈ, ਪਰ ਉੱਥੇ ਵੀ ਫੁੱਲ ਦਾ ਬੂਟਾ ਉੱਗ ਕੇ ਫੁੱਲ ਖਿੜਿਆ ਜੇ ਹੋਵੇ ਤਾਂ ਉਸ ਨੂੰ ਰੋਹੀ ਦਾ ਫੁੱਲ ਆਖਿਆ ਗਿਆ ਹੈ। ਮੇਰੀ ਮੁਸ਼ਕਿਲ ਮੁਸੀਬਤਾਂ, ਤੰਗੀਆਂ, ਤਰਾਸਦੀਆਂ ਵਿੱਚ ਵਿਚਰ ਕੇ ਜ਼ਿੰਦਗੀ ਨੂੰ ਬਤੀਤ ਕਰਨ ਨੂੰ ਹੀ ਰੋਹੀ ਦਾ ਫੁੱਲ ਨਾਲ ਤੁਲਨਾ ਕੀਤੀ ਗਈ ਹੈ, ਪਰ ਮੈਂ ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਦਾ ਹਾਂ।